गगन दंडाना बाजे पर निशान काए, खेत जो मांडे सूरमा अब जूझन को दाए, सूरा सो पहचानिया जो लड़ा दीन कहे पुरजा पुरजा कट मरा कब हूं न छाड़ खेता, ऐसे सूरवीर महान जोधे संत ब्रह्म ज्ञानी बाबा दीप सिंह जी दंदने टकसाल के पहले मुखी, बाबा जी के पावन पवित्र स्थान गुरुद्वारा शहीद बूंगा साहिब जी विखे सिख पंथ के नुमाइंदा जथेबंदी श्रोमणी गुरुद्वारा प्रबंधक कमेटी वालों श्रीमान संत बाबा हरनाम सिंह जी खालसा जी झोली विच बाबा जी के पावन पवित्र स्थान की सेवा नवीनकरण की सेवा पातशाह जी आप जी की कृपा रहमत सदका पाई गई है। आप जी ने अपार कृपा करनी, पातशाह जी कृपा करनी, समुचे खालसा पंथ विच एकता इतफाक दियां दातां बख्शिश करनियां, खालसा पंथ की हमेशा चढ़दी कला करनी, हर दीवान हर मैदान फतेह बख्शने। दुनिया के मालक वैरागती मूर्त सोढ़ी पातशाह चौथे पातशाह सतगुरु साहब श्री गुरु रामदास जी महाराज जी के मुकद्दस स्थान सचखंड श्री हरमंदर साहिब, मेरी पीर दे मालक सतगुरु गुरु हरगोबिंद साहब जी महाराज जी के पावन स्थान श्री अकाल तख्त साहिब और परिक्रमा में स्थित पंथ के महान जरनैल महान सूरमे महान लिखारी अमर शहीद श्रीमान बाबा दीप सिंह साहब जी के शहीदी अस्थान गुरुद्वारा शहीद बूंगा साहब जी विखे जुड़ बैठे समूह गुरु सवारो फतेह बुलाओ। वाहिगुरु जी का खालसा वाहिगुरु जी की फतेह। अमर शहीद बाबा दीप सिंह साहब जी ने सचखंड श्री हरमंदर साहिब जी की मान मर्यादा नूं जो ठेस पहुंचा रहे सन, उस नूं रोकण वास्ते धर्म युद्ध करदियां होइयां श्री हरमंदर साहिब जी की परिक्रमा विच जिथे आपां जुड़ बैठे हाँ, अपना असीस धन गुरु रामदास जी महाराज जी के चरणों विच भेंट करके बाबा जी ने इत्थे शहादत दिती। जिन्ना को मैनूं याद है, ऐसे छोटे छोटे हुंदे, क्योंकि ज्ञानी जी होरां ने जिस नगर का जिक्र किया है सुल्तानविंड मेरा वो पिंड है, और ऐसे छोटे हुंदे पढ़ते हुंदे इत्थे परिक्रमा करन आउंदे हुंदे सी ते इत्थे एक निशान साहिब लग्या हुंदा सी परिक्रमा दे विच, और थोड़े समय बाद परिक्रमा निशान साहब हटा के परिक्रमा दे विचों ते एक गोल चक्कर बनिया हुंदा सी, जिथे असीं सेहरे सजा के जांदे हुंदे सी। इत्थे सेहरे सजा के जाने, उस जगह ते सजावट करनी और संगत उत्थे मत्था टेक के लंघिया करदी सी। समय नाल वो निशान भी परिक्रमा दे विचों हटा दिते गए
ਅੱਜ ਉਸ ਅਸਥਾਨ ਦੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਬੁੰਗੇ ਦੀ, ਸ਼ਹੀਦ ਬੁੰਗੇ ਦੀ ਸੇਵਾ ਦਾ ਨਵੀਨੀਕਰਨ ਦਾ ਜਿਹੜਾ ਕਾਰਜ ਹੈ, ਉਹ ਪੰਥ ਦੀ ਇਸ ਮਹਾਨ ਜਥੇਬੰਦੀ, ਸ਼ਹੀਦਾਂ ਦੀ ਜਥੇਬੰਦੀ, ਵਿਦਵਾਨਾਂ ਦੀ ਜਥੇਬੰਦੀ, ਜਿਵੇਂ ਪਹਿਲਾਂ ਜ਼ਿਕਰ ਹੋਇਆ ਕਿ ਇਸੇ ਟਕਸਾਲ ਦੇ ਮੁਖੀ, ਜੋ ਪਹਿਲੇ ਮੁਖੀ ਸਨ, ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਪਰਿਕਰਮਾ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਫਿਰ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਜਿਨ੍ਹਾਂ ਨੇ ਆਪਣੇ ਥੋੜ੍ਹੇ ਜਿਹੇ ਸਾਥੀਆਂ ਨੂੰ ਨਾਲ ਲੈ ਕੇ ਅਹਿਮਦ ਸ਼ਾਹ ਅਬਦਾਲੀ ਦੀ 30,000 ਫੌਜ ਦਾ ਮੁਕਾਬਲਾ ਕੀਤਾ, ਤੇ ਉਹਨਾਂ ਦਾ ਜਿਹੜਾ ਸ਼ਹੀਦਗੰਜ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਹੈ। ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਤੇ 20ਵੀਂ ਸਦੀ ਦੇ ਮਹਾਨ ਜਰਨੈਲ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਨੇ ਸਾਕਾ ਨੀਲਾ ਤਾਰਾ ਸਮੇਂ ਜੋ ਹਿੰਦੁਸਤਾਨ ਦੀ ਫੌਜ ਟੈਂਕਾਂ, ਤੋਪਾਂ, ਬਖਤਰਬੰਦ ਗੱਡੀਆਂ ਨਾਲ ਲੈਸ ਹੋ ਕੇ, ਅਸਲੇ ਨਾਲ ਲੈਸ ਹੋ ਕੇ, ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ, ਸ੍ਰੀ ਹਰਿਮੰਦਰ ਸਾਹਿਬ ਜੀ ਤੇ ਗੋਲੀਆਂ ਚਲਾਈਆਂ, ਔਰ ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਪੁੱਜੀਆਂ ਹੋਈਆਂ ਸੰਗਤਾਂ ਦਾ, ਜਿਨ੍ਹਾਂ ਨੇ ਸੰਗਤਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ, ਨਿੱਕੇ ਨਿੱਕੇ ਬੱਚੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ, ਕੰਧਾਂ ਨਾਲ ਮਾਰ ਕੇ ਫੌਜ ਨੇ ਬੱਚਿਆਂ ਨੂੰ ਸ਼ਹੀਦ ਕੀਤਾ। ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਹੋਰਾਂ ਨੇ ਇੱਥੇ ਸ਼ਹਾਦਤ ਪ੍ਰਾਪਤ ਕੀਤੀ, ਆਪਣੇ ਸਾਥੀਆਂ ਸਮੇਤ ਸ਼ਹੀਦ ਹੋਏ। ਔਰ ਉਹਨਾਂ ਦੀ ਯਾਦਗਾਰ ਵੀ ਸੰਤ ਬਾਬਾ ਹਰਨਾਮ ਸਿੰਘ ਜੀ ਹੋਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਬਣਾਈ। ਸ਼ਹੀਦੀ ਗੈਲਰੀ ਦੀ ਸੇਵਾ ਚੱਲ ਰਹੀ ਹੈ। 9ਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਥੜਾ ਸਾਹਿਬ ਦੀ ਸੇਵਾ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਕਰਾਈ। ਤੇ ਹੁਣ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕਰਕੇ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਦੇ ਨਵੀਨੀਕਰਨ ਦੀ ਸੇਵਾ, ਜਿਵੇਂ ਪਹਿਲਾਂ ਜ਼ਿਕਰ ਹੋਇਆ, ਮੈਨੂੰ ਵੀ ਬਹੁਤ ਟੈਲੀਫੋਨ ਆਏ ਕਿ ਦੇਖੋ ਜੀ ਬੁੰਗਾ ਢਾਹ ਦੇਣਾ ਹੈ, ਬੁੰਗੇ ਦਾ ਸਰੂਪ ਵਿਗਾੜ ਦੇਣਾ ਹੈ। ਅਸੀਂ ਬੇਨਤੀ ਕਰੀਏ, ਪਹਿਲਾਂ ਵੀ ਬੇਨਤੀ ਕੀਤੀ ਗਈ ਹੈ ਕਿ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਦਾ ਜਿਹੜਾ ਮੂਲ ਸਰੂਪ ਹੈ, ਉਹਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਵੀ ਛੇੜਛਾੜ ਨਾ ਕੀਤੀ ਜਾਣੀ ਹੈ, ਨਾ ਕਦੇ ਕੀਤੀ ਜਾਏਗੀ। ਇਸ ਅਸਥਾਨ ਦੇ ਨਵੀਨੀਕਰਨ ਦੀ ਸੇਵਾ, ਸੁੰਦਰੀਕਰਨ ਦੀ ਸੇਵਾ ਜਿਹੜੀ ਹੈ, ਉਹ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਨੂੰ ਦਿੱਤੀ ਗਈ ਹੈ। ਇੱਕ ਅਦੀਬ ਦਾ ਸ਼ੇਰ ਹੈ, ਜਿਵੇਂ ਕਹਿ ਦਿੰਦੇ ਨੇ ਨਾ ਕਿ ਇੱਕ ਗੱਲ ਅੱਜ ਕੱਲ੍ਹ ਆਮ ਚੱਲਦੀ ਹੈ ਕਿ ਗੁਰੂ ਰਾਮਦਾਸ ਜੀ ਨਾਲੋਂ ਬਾਬਾ ਦੀਪ ਸਿੰਘ ਦੇ ਅਸਥਾਨਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ। ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਸਾਜ਼ਿਸ਼ ਹੈ। ਤੇ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਜੋ ਖਾਲਸੇ ਬਾਰੇ ਸਤਿਗੁਰਾਂ ਨੇ ਕੀਤੇ ਨੇ ਕਿ ਹਉ ਖਾਲਸੇ ਕਾ ਖਾਲਸਾ ਮੇਰੋ, ਪੋਤ ਪੋਤ ਸਾਗਰ ਬੁੰਦੇਰੋ। ਜਦੋਂ ਸਾਗਰ ਬੂੰਦ ਵਿੱਚ, ਜਦੋਂ ਬੂੰਦ ਸਾਗਰ ਵਿੱਚ ਮਿਲ ਜਾਂਦੀ ਹੈ, ਉਹ ਸਮੁੰਦਰ ਦਾ ਹੀ ਰੂਪ ਹੋ ਜਾਂਦੀ ਹੈ। ਇਸ ਮਹਾਨ ਸ਼ਹੀਦ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਰਿਕਰਮਾ ਦੇ ਵਿੱਚ ਆਪਣਾ ਸੀਸ ਭੇਟ ਕੀਤਾ। ਆਪਣੀ ਕੀਤੀ ਹੋਈ ਅਰਦਾਸ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇਸ ਪਰਿਕਰਮਾ ਵਿੱਚ ਆ ਕੇ ਪੂਰਾ ਕੀਤਾ। ਉਹ ਗੁਰੂ ਰਾਮਦਾਸ ਤੋਂ ਵੱਖ ਨਹੀਂ, ਉਹ ਗੁਰੂ ਰਾਮਦਾਸ ਦੇ ਚਰਨਾਂ ਤੋਂ ਵੱਖ ਨਹੀਂ, ਕਿਉਂਕਿ ਉਹਨਾਂ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਦੀ ਮਾਣ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਪਾਵਨ ਧਰਤੀ ਤੇ ਪਾਵਨ ਪਰਿਕਰਮਾ ਦੇ ਵਿੱਚ ਆ ਕੇ ਸ਼ਹਾਦਤ ਪ੍ਰਾਪਤ ਕੀਤੀ। ਔਰ ਹਮੇਸ਼ਾ ਵਾਸਤੇ ਹੀ ਗੁਰੂ ਰਾਮਦਾਸ ਦੀ ਚਰਨ ਦੀ ਪਰਿਕਰਮਾ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਵਿਰਾਜਮਾਨ ਹੋ ਗਏ। किसी ने बड़ा सोहना लिखा है कि कूचा रे यार में बैठ नक्शे पाक की तरह, कोई उठा तो सके मगर मिटा ना सके। बाबा दीप सिंह साहब जी शरीर करके शहादत प्राप्त कर गए, पर हमेशा वास्ते रहिंदी दुनिया तक, जुगां जुगांतरां तक वो धन गुरु रामदास जी महाराज की परिक्रमा दे विच विराजमान हो गए। और संगत बड़ी ही श्रद्धा सत्कार दे नाल बाबा जी के पावन अस्थान से आके नतमस्तक हुंदी है, मत्था टेकदी है। महापुरुषों वालों सेवा का आरंभ हुण कीता जाना है। गुरु चरणों में अरदास हो चुकी है और साडा सब का यह फर्ज बनता है, जो देशों प्रदेशों विच संगतां लाइव देख रही ने जां जिन्हां ने देखना है सुनना है, ऐसे ही सारे तन करके मन करके धन करके सेवावां करके इन्हां पावन अस्थानां की चढ़दी कला वास्ते कार्यशील हुई है। श्रोमणी गुरुद्वारा प्रबंधक कमेटी नूं वधाई, संत बाबा हरनाम सिंह जी होरां नूं बहुत बहुत वधाई, समुची जथेबंदी नूं बहुत बहुत वधाई कि जिन्हां ने अज इस पावन अस्थान की सेवा का आरंभ करना है। वाहिगुरू जी का खालसा,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਦੋਂ ਦੀ ਇਸ ਸਥਾਨ ਦੀ ਸਤਿਗੁਰੂ ਜੀ ਨੇ ਸਾਰਨਾ ਕੀਤੀ, ਤਦ ਤੋਂ ਯਤਨ ਹੁੰਦਾ ਰਿਹਾ ਕਿ ਇਸ ਸਥਾਨ ਨਾਲ ਚਾਹੇ ਰਾਜਨੀਤਿਕ ਤਾਕਤ ਸੀ, ਚਾਹੇ ਧਾਰਮਿਕ ਤਾਕਤ ਸੀ, ਭਿੜਦੀ ਰਹੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੇਰੀ ਪੀਰੀ ਦਾ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਕੇ ਪਾਤਸ਼ਾਹੀ ਤੇ ਬਾਦਸ਼ਾਹੀ ਦਾ ਪਵਿੱਤਰ ਜਿਹੜਾ ਉਹ ਸਿਧਾਂਤ ਚਲਾਇਆ, ਤੇ ਉਹਦੇ ਨਾਲ ਵੀ ਉਸ ਵੇਲੇ ਦੇ ਜਿਹੜੇ ਹਾਕਮ ਸੀਗੇ ਉਹ ਇਸ ਗੱਲ ਦਾ ਹਮੇਸ਼ਾ ਹੀ ਝਗੜਾ ਰੱਖਦੇ ਰਹੇ। ਪਰ ਜਦੋਂ ਵੀ ਇਸ ਪਵਿੱਤਰ ਸਥਾਨ ਤੇ ਕਿਸੇ ਨੇ ਕੋਈ ਕੋਝਾ ਯਤਨ ਬੇਹੁਰਮਤੀ ਕਰਨ ਦਾ ਕੀਤਾ, ਤੇ ਗੁਰੂ ਕੇ ਸਿੱਖਾਂ ਨੇ, ਸਤਿਗੁਰੂ ਜੀ ਨੇ ਇਸ ਸਥਾਨ ਦੀ ਉਸ ਜ਼ਾਲਮਾਂ ਨਾਲ ਟੱਕਰ ਲੈਣ ਲਈ ਕੋਈ ਨਾ ਕੋਈ ਗੁਰੂ ਦਾ ਸਿੱਖ ਜਿਹੜਾ ਸਤਿਗੁਰੂ ਜੀ ਨੇ ਪੈਦਾ ਕੀਤਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਇਹ ਬੁੰਗਾ ਆ, ਉਹਨਾਂ ਨੇ ਆਪਣਾ ਸੀਸ ਬਲੀਦਾਨ ਇਸ ਧਰਤੀ ਤੇ ਦੇ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਵਿੱਤਰ ਪਰਿਕਰਮਾ 'ਚ ਹਮੇਸ਼ਾ ਵਾਸਤੇ ਆਪਣਾ ਸਥਾਨ ਬਣਾ ਲਿਆ। ਇਹ ਬੁੰਗੇ ਦੇ ਨਾਲ ਪਿਛਲੇ ਪਾਸੇ 2 ਕਮਰੇ ਹੋ ਰਿਹਾ, ਜਿਨ੍ਹਾਂ ਤੇ ਲਗਾਤਾਰ ਅਖੰਡ ਪਾਠ ਜਿਹੜੇ ਆ ਉਹ ਨਿਰੰਤਰ ਜਾਰੀ ਰਹਿੰਦੇ ਆ। ਆਹ ਸਥਾਨ ਜਿਹੜਾ ਮੈਂ ਤੁਹਾਡੇ ਮੀਡੀਅਮ ਰਾਹੀਂ ਸਾਰਿਆਂ ਨੂੰ ਸਪਸ਼ਟ ਵੀ ਕਰਨਾ ਚਾਹੁੰਦਾ, ਇਹ ਬਿਲਕੁਲ ਇਹਦੇ ਵਿੱਚ ਕੋਈ ਇਨ-ਬਿਨ ਕੋਈ ਬਾਦ ਘਾਟ ਨਹੀਂ ਕੀਤੀ ਜਾਣੀ। ਇਹ ਸਿਰਫ ਕੇਵਲ ਦਾ ਕੇਵਲ ਜਿਹੜਾ ਉੱਤੇ ਅੰਦਰ ਜਿੱਥੇ ਸਤਿਗੁਰੂ ਜੀ ਪ੍ਰਕਾਸ਼ਮਾਨ ਆ ਉਹਦਾ ਸੁੰਦਰੀਕਰਨ ਕੀਤਾ ਜਾਣਾ। ਇੱਕ ਨਾਲ ਆ ਛੱਜਾ ਜਿਹੜਾ ਪ੍ਰਕਰਮਾਂ ਦਾ, ਤੇ ਨਾਲ ਬਾਹਰਲੇ ਪਾਸੇ ਉਹਦੇ ਵਿੱਚ ਇੱਕ ਉਹ ਲਿੰਕ ਜੋੜਿਆ ਜਾਣਾ। ਸੋ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਸਿਰਫ ਸੁੰਦਰੀਕਰਨ ਬਾਕੀ ਸਥਾਨਾਂ ਤੇ ਵੀ ਕੀਤੇ ਜਾਂਦੇ, ਹੁਣ ਦਰਸ਼ਨੀ ਡਿਊਟੀ ਦੀ ਵੀ ਅੰਦਰਲੇ ਪਾਸੇ ਕਾਰ ਸੇਵਾ ਚੱਲਦੀ ਆ। ਸੋ ਇਸ ਸਥਾਨ ਦੀ ਸੇਵਾ ਮੌਜੂਦਾ ਮੁਖੀ ਦਮਦਮੀ ਟਕਸਾਲ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਅੱਜ ਇਹ ਪ੍ਰਾਰੰਭ ਕੀਤੀ ਆ। ਸੋ ਪਹਿਲਾਂ ਅਖੰਡ ਪਾਠਾਂ ਦੇ ਭੋਗ, ਫਿਰ ਉਪਰੰਤ ਅਰਦਾਸ ਬੇਨਤੀ ਜੋਦੜੀ ਕਰਕੇ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ, ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵੀ, ਉਹਨਾਂ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਸਿੰਘ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ, ਉਹ ਜਿਹੜੇ ਸੱਚਖੰਡ ਦੇ ਗ੍ਰੰਥੀ ਆ, ਉਹਨਾਂ ਨੇ ਤੇ ਸਮੁੱਚੇ ਤੌਰ ਤੇ ਸਿਰਮੌਰ ਜਥੇਬੰਦੀਆਂ, ਜਿਨ੍ਹਾਂ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਸਾਡੇ ਸਿੱਖ ਵਿਦਵਾਨ, ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਤੇ ਹੋਰ ਜਿਨ੍ਹਾਂ ਦੇ ਵਿੱਚ ਸੰਤ ਬਾਬਾ ਬਾਂਤਾ ਸਿੰਘ ਜੀ ਮੁੰਡੇ ਪਿੰਡ ਵਾਲੇ, ਤੇ ਬਹੁਤ ਸਾਰੀਆਂ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ ਆ। ਮੈਂ ਸਾਰਿਆਂ ਨੂੰ ਫਿਰ ਅੰਤ ਵਿੱਚ ਸਪਸ਼ਟ ਕਰਨਾ ਚਾਹੁੰਦਾ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਕਿਸੇ ਪੱਖ ਦੀ ਕਦੇ ਕੋਈ ਤਬਦੀਲੀ ਨਹੀਂ ਹੁੰਦੀ। ਆਪਾਂ ਇੱਥੇ ਕਟਾਕਸ਼ ਕਰਨ ਲੱਗੇ ਥੋੜ੍ਹਾ ਜਿਹਾ ਆਪਾਂ ਭਾਵਨਾਵਾਂ ਨੂੰ ਮੁੱਖ ਰੱਖਿਆ ਕਰੀਏ। ਇਹ ਸਥਾਨ ਸਮੁੱਚੀ ਮਨੁੱਖਤਾ ਦਾ ਸਥਾਨ ਆ, ਤੇ ਆਹ ਜਿਹੜਾ ਬੁੰਗਾ ਇਹ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਸੀਸ ਤਲੀ ਤੇ ਰੱਖ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਕੇ ਸੀਸ ਨਿਛਾਵਰ ਕੀਤਾ ਸੀਗਾ। ਸੋ ਇਹਦੀ ਸੁੰਦਰੀਕਰਨ ਦੀ ਅੱਜ ਜਿਹੜੀ ਆ ਉਹ ਸੇਵਾ ਹੋਈ ਆ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ, ਕਿਉਂਕਿ ਸਤਿਗੁਰੂ ਜੀ ਦਾ ਆ ਜਿਹੜਾ ਸਥਾਨ ਆ, ਇੱਥੇ ਸਤਿਗੁਰੂ ਜੀ ਨੇ ਆਪ ਸੰਗਤ ਰੂਪੀ ਵੀ ਤੇ ਗੁਰੂ ਰੂਪੀ ਵੀ ਇੱਥੇ ਇਸ ਧਰਤੀ ਤੇ ਆਪਣੇ ਚਰਨ ਮੁਬਾਰਕ ਪਾਏ। ਇਹ ਜਿਹੜਾ ਮੰਜੀ ਸਾਹਿਬ ਦੀਵਾਨ ਹਾਲ, ਇਹਦੇ ਬਾਹਰਲੇ ਪਾਸੇ ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 12 ਮਹਾਂ ਪਵਿੱਤਰ ਗੁਰਬਾਣੀ ਦਾ ਆਚਾਰਨ ਕੀਤਾ ਸੀ, ਉਹ ਕਿਉਂਕਿ ਬੁੰਗਾ ਜਿਹੜਾ ਮੈਂ ਕਹਿ ਲਵਾਂ ਜਿਹੜੀ ਉਹ ਉੱਥੇ ਗੁੰਮਦੀ ਸੀ, ਉਹ ਪੁਰਾਣੀ ਹਾਲਤ 'ਚ ਹੋ ਗਈ ਸੀ। ਉਹ ਉਉਂ ਹੀ ਰੱਖੀ ਗਈ ਆ। ਉਹਦੇ ਆਲੇ ਦੁਆਲੇ ਇੱਕ ਘੇਰਾ ਹੋਰ ਨਵਾਂ ਬਣਾਇਆ ਗਿਆ, ਤੇ ਜਿੱਥੇ ਵੀ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਜਿਹੜੀ ਆ ਉਹ ਪ੍ਰਾਰੰਭ ਕੀਤੀ ਗਈ ਆ। ਸੋ ਸੰਗਤਾਂ ਨੇ ਉੱਥੇ ਵੀ ਅਖੰਡ ਪਾਠ ਸਾਹਿਬ ਜਿਹੜੇ ਬੁੱਕ ਕਰਾਉਣੇ, ਉੱਥੇ ਵੀ ਭੋਗ ਪਾਉਣੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ। ਉਹ ਸਥਾਨ ਆ ਜਿੱਥੇ ਸਤਿਗੁਰੂ ਜੀ ਨੇ ਕਿਹਾ ਵੀ ਸੰਗਰਾਂਦ ਵਾਲੇ ਦਿਨ ਨਹੀਂ ਮੱਥਾ ਟੇਕਣਾ। 12 ਮਹੀਨਿਆਂ ਦੇ ਵਿੱਚ 12 ਸਤਿਗੁਰੂ ਜੀ ਨੇ ਸਾਨੂੰ ਉਦੇਸ਼ ਕੀਤੇ, ਤਾਂ ਕਿ ਸਿੱਖ ਦੀ ਰੋਜ਼ ਇਹ ਸੰਗਰਾਂਦ ਹੋਵੇ, ਪਵਿੱਤਰ ਗੁਰਬਾਣੀ ਦਾ ਗਾਇਨ ਕਰੇ ਤੇ ਸਿਧਾਂਤਾਂ ਨੂੰ ਆਪਣੇ ਪਿੰਡ ਤੇ ਹੰਡਾਵੇ।
ਸੋ ਉਹਦਾ ਵੀ ਅੱਜ ਜਿਹੜਾ ਆ ਉੱਥੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਪ੍ਰੰਪਰਾ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੀ ਰੱਖਿਆ ਵਾਸਤੇ ਉਸ ਸਮੇਂ ਦੇ ਜਰਵਾਣੇ ਜੋ ਅਬਦਾਲੀ ਦੀਆਂ ਫੌਜਾਂ ਚੜ੍ਹ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਹਮਲਾ ਕਰ ਰਹੀਆਂ ਸਨ, ਉਹਨਾਂ ਜਰਵਾਣਿਆਂ ਤੋਂ ਸਿੱਖ ਪੰਥ ਦੇ ਕੇਂਦਰੀ ਪਾਵਨ ਪਵਿੱਤਰ ਸਥਾਨ ਸ਼੍ਰੋਮਣੀ ਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਜ਼ਾਲਮ ਦੇ ਘੇਰੇ ਵਿੱਚੋਂ ਆਜ਼ਾਦ ਕਰਾਉਣ ਲਈ 1757 ਦੇ ਵਿੱਚ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਔਰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਹਿਲੇ ਜਥੇਦਾਰ, ਮਿਸਲ ਸ਼ਹੀਦਾਂ ਜਥੇਬੰਦੀ ਦੇ ਵੀ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਲਗਭਗ 80 ਸਾਲ ਦੀ ਅਵਸਥਾ ਹੋਣ ਦੇ ਬਾਵਜੂਦ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਸਾਬੋ ਕੀ ਤਲਵੰਡੀ ਤੋਂ ਥੋੜ੍ਹੇ ਸਿੰਘਾਂ ਦਾ ਜੱਥਾ ਲੈ ਕੇ ਤੁਰੇ ਔਰ ਉੱਥੋਂ ਵੀ ਅਰਦਾਸ ਕਰਕੇ ਆਪ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰੱਖਿਆ ਲਈ ਚੜ੍ਹਦੀ ਕਲਾ ਵਾਲੇ ਸੂਰਮੇ ਯੋਧੇ ਉਹਨਾਂ ਸਿੰਘਾਂ ਨੂੰ ਨਾਲ ਲੈ ਕੇ ਸ੍ਰੀ ਤਰਨ ਤਾਰਨ ਸਾਹਿਬ ਪਹੁੰਚ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਅਰਦਾਸ ਵੀ ਕੀਤੀ, ਪ੍ਰਣ ਵੀ ਕੀਤਾ ਕਿ ਜਿੰਨਾ ਚਿਰ ਮੈਂ ਜ਼ਾਲਮਾਂ ਦੇ ਘੇਰੇ ਵਿੱਚੋਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦਾ ਉਹਨਾਂ ਚਿਰ ਮੈਂ ਸ਼ਹੀਦੀ ਨਹੀਂ ਦਿਆਂਗਾ। ਔਰ ਸਾਧ ਸੰਗਤ ਜੀ, ਲਗਭਗ 3 ਕੋਹ ਦੂਰ ਇੱਥੋਂ ਜਿੱਥੇ ਗੁਰਦੁਆਰਾ ਟਾਹਲਾ ਸਾਹਿਬ ਹੈ 7 ਤੋਂ 8 ਕਿਲੋਮੀਟਰ ਦਾ ਪੰਧ ਹੈ, ਇੱਥੇ ਬਾਬਾ ਜੀ ਦਾ ਜਹਾਨ ਖਾਨ ਦੇ ਨਾਲ ਸਾਹਮਣੇ ਮੁਕਾਬਲਾ ਹੋਇਆ ਔਰ ਬਾਬਾ ਜੀ ਦਾ ਸੀਸ ਵੀ ਧਨ ਨਾਲੋਂ ਵੱਖ ਹੋ ਗਿਆ। ਜਹਾਨ ਖਾਨ ਨੂੰ ਵੀ ਬਾਬਾ ਜੀ ਨੇ ਮੌਤ ਦੇ ਦੁਆਰ ਭੇਜ ਕੇ ਥਾਂ ਹੀ ਢਹਿ ਢੇਰੀ ਕਰ ਦਿੱਤਾ। ਉੱਥੋਂ ਬਾਬਾ ਜੀ ਨੇ ਖੱਬੇ ਹੱਥ ਦੀ ਤਲੀ 'ਤੇ ਆਪਣਾ ਸੀਸ ਰੱਖ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਦੇ ਵਿੱਚ 18 ਸੇਰ ਪੱਕੇ ਖੰਡੇ ਦੇ ਨਾਲ ਜੂਝਦਿਆਂ ਹੋਇਆਂ ਇਸ ਸਥਾਨ 'ਤੇ ਪਰਿਕਰਮਾ ਵਿੱਚ ਲਿਆ ਕੇ ਆਪਣਾ ਸੀਸ ਭੇਟ ਕੀਤਾ। ਇਹ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ ਔਰ ਇਸ ਅਸਥਾਨ ਦੀ ਲੰਮੇ ਸਮੇਂ ਤੋਂ ਸੁੰਦਰੀਕਰਨ, ਨਵੀਨੀਕਰਨ ਅਤੇ ਇਮਾਰਤ ਦੇ ਵਿੱਚ ਕੁਝ ਪੁਰਾਣੀ ਹੋਣ ਕਰਕੇ ਕੁਝ ਕਮੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਜ਼ਰ ਆਈਆਂ, ਜਿਸ ਕਾਰਨ ਇਹ ਸੇਵਾ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਨੇ ਇਹ ਮਤਾ ਪਾ ਕੇ ਇਹ ਸੇਵਾ ਇਸ ਸਥਾਨ ਦਾ ਨਵੀਨੀਕਰਨ ਔਰ ਸੁੰਦਰੀਕਰਨ, ਇਹਦਾ ਢਾਂਚਾ ਜਿਉਂ ਦਾ ਤਿਉਂ ਹੀ ਰੱਖਿਆ ਜਾਏਗਾ। ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਜਾਏਗੀ। ਇਸ ਉੱਤੇ ਸੁੰਦਰੀਕਰਨ ਕਰਨ ਵਾਸਤੇ ਬਹੁਤ ਸੁੰਦਰ ਮਕਰਾਣੇ ਦੀ ਧਰਤੀ ਦਾ ਪਹਿਲੇ ਨੰਬਰ ਦਾ ਸੰਗਮਰਮਰ ਔਰ ਸੁੰਦਰ ਨਕਾਸ਼ੀ ਅਤੇ ਹੋਰ ਜੋ ਸੇਵਾਵਾਂ ਹੋਣਗੀਆਂ ਉਹ ਸਾਰੀਆਂ ਸੇਵਾਵਾਂ ਇਸ ਸਥਾਨ ਦੀਆਂ ਜਲਦੀ ਤੋਂ ਜਲਦੀ ਕਰਵਾਈਆਂ ਜਾਣਗੀਆਂ ਤਾਂ ਕਿ ਸੰਗਤਾਂ ਇਸ ਸਥਾਨ 'ਤੇ ਹਮੇਸ਼ਾ ਹਾਜ਼ਰੀਆਂ ਭਰ ਕੇ ਅਰਦਾਸਾਂ ਕਰਕੇ ਆਪਣੀਆਂ ਮਨ ਇੱਛਤ ਦਾਤਾਂ ਬਾਬਾ ਜੀ ਤੋਂ ਸ਼ਹੀਦਾਂ ਤੋਂ ਪ੍ਰਾਪਤ ਕਰਨ। ਸੋ ਅੱਜ ਦੇ ਸਮਾਗਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਐਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਔਰ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ, ਸਰਦਾਰ ਰਜਿੰਦਰ ਸਿੰਘ ਜੀ ਮਹਿਤਾ, ਭਾਈ ਅਮਰਜੀਤ ਸਿੰਘ ਜੀ ਚਾਵਲਾ, ਸਰਦਾਰ ਅਮਰਵੀਰ ਸਿੰਘ ਢੋਟ, ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ, ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਸਰਦਾਰ ਬੰਟੀ ਜੀ ਅਤੇ ਹੋਰ ਵੀ ਜਿੰਨੇ ਪਤਵੰਤੇ ਭਾਵ ਸੰਤ ਮਹਾਂਪੁਰਖ ਵੱਡੀ ਗਿਣਤੀ ਵਿੱਚ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਔਰ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ ਔਰ ਸਿੱਖ ਪੰਥ ਦੇ ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਇਹ ਬਹੁਤ ਵੱਡੀਆਂ ਸ਼ਖਸੀਅਤਾਂ ਅੱਜ ਇਸ ਸਮਾਗਮ ਦੇ ਵਿੱਚ ਪੁੱਜੀਆਂ। ਸੰਗਤਾਂ ਵੀ ਵੱਡੀ ਗਿਣਤੀ ਵਿੱਚ ਪੁੱਜੀਆਂ
ਔਰ ਸੰਤ ਮਹਾਂਪੁਰਖ ਵੀ ਵੱਡੀ ਗਿਣਤੀ ਵਿੱਚ ਆਏ ਹੈ। ਸ਼ਹੀਦ ਪਰਿਵਾਰਾਂ ਨੇ ਵੀ ਹਾਜ਼ਰੀ ਭਰੀ ਹੈ। ਮੈਂ ਸਭ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਇਸ ਸੇਵਾ ਦੀ ਰਮਤਾ ਦੀ ਸਾਰੀਆਂ ਸੰਗਤਾਂ ਨੂੰ, ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ, ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈ। ਔਰ ਸਾਰੀਆਂ ਸੰਗਤਾਂ ਨੂੰ ਬੇਨਤੀ, ਇਸ ਪ੍ਰੋਜੈਕਟ ਦੀ ਸੇਵਾ ਲਗਭਗ 1.5-2 ਸਾਲ ਦੇ ਵਿੱਚ ਇਹਨੂੰ ਬਹੁਤ ਸੁੰਦਰ ਤਰੀਕੇ ਦੇ ਨਾਲ ਅਸੀਂ 1.5 ਤੋਂ 2 ਸਾਲ ਦੇ ਵਿੱਚ ਇਹਨੂੰ ਸੰਪੂਰਨ। ਸੰਗਤਾਂ ਨੂੰ ਕੀ ਸੁਨੇਹਾ? ਸੰਗਤਾਂ ਨੂੰ ਬੇਨਤੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਭਰ ਚੋਂ ਹਰ ਸਿੱਖ ਨੂੰ ਦਰਸ਼ਨ ਕਰਨ ਆਉਣਾ ਚਾਹੀਦਾ, ਇੱਥੇ ਹਾਜ਼ਰੀਆਂ ਭਰਨੀਆਂ ਚਾਹੀਦੀਆਂ। ਦੂਸਰਾ, ਜੋ ਇੱਥੋਂ ਪ੍ਰਤੀ ਕਈ ਤਰ੍ਹਾਂ ਦੇ ਗਲਤ ਕੂੜ ਪ੍ਰਚਾਰ ਕੀਤੇ ਜਾ ਰਹੇ ਆ, ਉਹਨਾਂ ਕੂੜ ਪ੍ਰਚਾਰਾਂ ਦਾ ਸਾਨੂੰ ਸ਼ਿਕਾਰ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੇ ਗੁਰਧਾਮਾਂ ਦੇ ਅਦਬ ਸਤਿਕਾਰ ਲਈ ਬਹੁਤ ਖਿਆਲ ਰੱਖਣਾ ਚਾਹੀਦਾ ਔਰ ਹਰ ਤਰ੍ਹਾਂ ਕਰਕੇ ਇਹਨਾਂ ਸਥਾਨਾਂ ਦੀ ਜੋ ਮਾਣ ਮਰਿਆਦਾ ਹੈ, ਜੋ ਇਹਨਾਂ ਸਥਾਨਾਂ ਪ੍ਰਤੀ ਸੰਗਤਾਂ ਨੂੰ ਸ਼ਰਧਾ ਔਰ ਵਿਸ਼ਵਾਸ ਹੈ, ਉਹਦਾ ਵੀ ਸਾਨੂੰ ਬਹੁਤ ਵੱਡੀ ਪੱਧਰ 'ਤੇ ਖਿਆਲ ਰੱਖਣਾ ਚਾਹੀਦਾ। ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਜਿੱਥੇ ਸਿੱਖ ਪੰਥ ਦਾ ਇਹ ਕੇਂਦਰੀ ਧੁਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉੱਥੇ ਹਰ ਧਰਮ ਦਾ ਪ੍ਰਾਣੀ ਇੱਥੇ ਆਉਂਦਾ। ਦੁਨੀਆ ਦਾ ਹਰ ਮਨੁੱਖ ਇੱਥੋਂ ਆਸਰਾ ਆ ਕੇ ਗ੍ਰਹਿਣ ਕਰਦਾ, ਭਾਵ ਇੱਥੋਂ ਲੋਕ ਪਰਲੋਕ ਦੇ ਸੁੱਖ ਹਰ ਪ੍ਰਾਣੀ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰਦਾ ਔਰ ਇੱਥੇ ਮਨ ਇੱਛਤ ਦਾਤਾਂ ਪ੍ਰਾਪਤ ਕਰਦੇ ਆ। ਇਸ ਕਰਕੇ ਸਾਰਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਇੱਥੋਂ ਦੀ ਮਾਣ ਮਰਿਆਦਾ ਦਾ, ਇੱਥੋਂ ਦੇ ਸਤਿਕਾਰ ਦਾ ਔਰ ਪ੍ਰਬੰਧ ਦਾ ਹਮੇਸ਼ਾ ਖਿਆਲ ਰੱਖਣ ਦੀ ਲੋੜ ਹੈ। ਇਸ ਸਥਾਨ ਪ੍ਰਤੀ, ਪ੍ਰਬੰਧ ਪ੍ਰਤੀ ਜੋ ਪ੍ਰਾਪੇ ਕੰਡਾ ਅੱਜ ਕੱਲ੍ਹ ਕੀਤੇ ਜਾ ਰਹੇ ਆ, ਉਹ ਪ੍ਰਾਪੇ ਕੰਡਿਆਂ ਤੋਂ ਹਮੇਸ਼ਾ ਸੰਕੋਚ ਕਰਨਾ ਚਾਹੀਦਾ ਔਰ ਗਲਤ ਕੀਤੇ ਜਾਂਦੇ। ਇਹ ਮੇਰੀ ਬੇਨਤੀ ਹੈ ਸਾਰਿਆਂ ਦੇ ਚਰਨਾਂ ਵਿੱਚ। ਵਾਹਿਗੁਰੂ ਜੀ ਕਾ ਖਾਲਸਾ।